हेलो दोस्तों, दिस इज़ प्रदीप सिंह एंड यू आर वाचिंग माई यूट्यूब चैनल जी फॉर यू ग्रामर फॉर यू। सो अज ਦੀ ਵੀਡੀਓ ਦੇ ਵਿੱਚ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦੀ ਗੱਲ ਕਰਨ ਜਾ ਰਹੇ ਹਾਂ। ਸੋ ਹਰ ਵੀਡੀਓ ਦੇ ਵਿੱਚ ਆਪਾਂ ਇੱਕ ਟੈਂਸ ਨੂੰ ਕਵਰ ਕਰਾਂਗੇ ਤੇ ਹਰੇਕ ਟੈਂਸ ਦੇ ਵਿੱਚ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਵੀ ਟੈਂਸ ਆਪਾਂ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ ਉਸ ਦਾ ਨਾਮ ਕੀ ਹੈ ਤੇ ਉਸ ਦੀ ਪੰਜਾਬੀ ਦੇ ਵਿੱਚ ਪਹਿਚਾਣ ਕੀ ਹੈ। ਪਹਿਚਾਣ ਤੋਂ ਭਾਵ कि पंजाबी का वो किहड़ा वाक, ठीक है, वो किहड़ा वाक जिसनों असी प्रैजेंट इंडैफिनिट कह सकते हाँ ਜਾਂ प्रैजेंट कॉन्टीन्यूस कह सकते हाँ, अगे जो भी ये नाल संबंधित होवे। सो वरतों तीसरी गल जिहड़ी आपां याद रखनी है कि ये जो भी वाक आपां सीख रहे हैं जिवें कि प्रैजेंट इंडैफिनिट ही सीख रहे हैं, सो ये वरत्या कित्थे जांदा है। तीसरी गल तो बाद आपां चौथी गल ये ध्यान विच रखनी है कि जो भी असी पंजाबी दे विच सिੱਖਿਆ है, उदाहरण के तौर पर जो आप प्रैजेंट इंडैफिनिट सीखिया है पंजाबी दे विच तां उहनूं अंग्रेजी दे विच किस तरीके नाल बना सकांगे। सो उहदे लई आपां नूं रूल है जो वो सीखना पएगा। सो अज आपां प्रैजेंट इंडैफिनिट बारे गल करांगे। सो सब तो पहला पहचान। सो पंजाबी दा हरेक वाक, पंजाबी दा हरेक वाक तुसीं जदों भी याद करना है ये गल नूं नाल दोहराउणा जरूर है कि पंजाबी दा हरेक वाक, पंजाबी दा हरेक वाक जिस दे अंत विच दा है, दी है, दे हन, दियां हन, दे हो, दे हाँ जा दा हाँ आवे, वो हरेक वाक प्रैजेंट इंडैफिनिट दा वाक होएगा। उदाहरण के तौर पर जिवें आपां बोलते हाँ कि मैं अंग्रेजी सीखदा हाँ, मैं अंग्रेजी सीखदा हाँ, ओह किताब पढ़दे हन, ओह किताब पढ़दे हन, कुड़ियाँ गिद्धा पाउंदियां हन, दियां हन। यानी कि पंजाबी दे ਉਹ सारे ही वाक जिन्हां दे अंत विच दा है, दी है, दे हन, दियां हन, दे हो, दे हाँ ਜਾਂ ਦਾ ਹਾਂ ਆਦਿ ਆਵੇ ਤਾਂ ਉਹਨਾਂ ਨੂੰ ਆਪਾਂ ਪ੍ਰੈਜ਼ੈਂਟ ਇੰਡੈਫੀਨੇਟ ਵਾਕ ਕਹਿੰਦੇ ਹਾਂ। ਸੋ ਮਹੱਤਵਪੂਰਨ ਗੱਲ ਇਹ ਹੈ ਕਿ ਜੇ ਸਾਨੂੰ ਪੰਜਾਬੀ ਦੇ ਵਿੱਚ ਪਤਾ ਲੱਗ ਗਿਆ ਹੈ ਕਿ ਪ੍ਰੈਜ਼ੈਂਟ ਇੰਡੈਫੀਨੇਟ ਵਾਕ ਉਹ ਹੋਣਗੇ ਜਿਨ੍ਹਾਂ ਦੇ ਅੰਤ ਵਿੱਚ ਦਾ ਹੈ, ਦੀ ਹੈ ਐਟਸੈਟਰਾ ਆਉਂਦਾ ਹੈ, ਤੇ ਇਹ ਵਾਕ ਵਰਤੇ ਕਿੱਥੇ ਜਾਂਦੇ ਹਨ, ਕਿਹੜੇ ਅਜਿਹੇ ਮੌਕੇ ਹਨ ਜਿੱਥੇ ਆਪਾਂ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਕਿਸੇ ਦਾ ਪੇਸ਼ਾ ਦੱਸਦੇ ਹਾਂ, ਪੇਸ਼ੇ ਤੋਂ ਭਾਵ ਕਿ ਜਦੋਂ ਆਪਾਂ ਕਿਸੇ ਦਾ ਕੰਮ ਦੱਸਦੇ ਹਾਂ, ਕਿੱਤਾ ਦੱਸਦੇ ਹਾਂ, ਕਿ ਉਦਾਹਰਨ ਦੇ ਤੌਰ 'ਤੇ ਜਿਵੇਂ ਮੈਂ ਕਹਾਂ ਕਿ ਉਹ ਕਾਰ ਚਲਾਉਂਦਾ ਹੈ, ਸੋ ਪਿੱਛੇ ਕੀ ਆਇਆ ਹੈ, ਦਾ ਹੈ, ਉਹ ਕਾਰ ਚਲਾਉਂਦਾ ਹੈ, ਉਹ ਅੰਗਰੇਜ਼ੀ ਪੜ੍ਹਾਉਂਦੀ ਹੈ, ਠੀਕ ਹੈ। ਸੋ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਜਦੋਂ ਆਪਾਂ ਕਿਸੇ ਦਾ ਪੇਸ਼ਾ ਦੱਸਦੇ ਹਾਂ, ਕਿੱਤਾ ਦੱਸਦੇ ਹਾਂ, ਕੰਮ ਦੱਸਦੇ ਹਾਂ, ਉੱਥੇ ਆਪਾਂ ਪ੍ਰੈਜ਼ੈਂਟ ਇੰਡੈਫੀਨੇਟ ਵਰਤਦੇ ਹਾਂ। ਹੋਰ ਵੀ ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਮੈਂ ਅੰਗਰੇਜ਼ੀ ਪੜ੍ਹਾਉਂਦਾ ਹਾਂ, ਉਹ ਅੰਗਰੇਜ਼ੀ ਸਿੱਖਦੇ ਹਨ। ਸੋ ਅੰਗਰੇਜ਼ੀ ਸਿੱਖਦੇ ਹਨ ਆਪਾਂ ਪੇਸ਼ਾ ਤੇ ਨਹੀਂ ਕਹਿ ਸਕਦੇ, ਪਰ ਪੇਸ਼ੇ ਨਾਲ ਸੰਬੰਧਿਤ ਆਪਾਂ ਹੋਰ ਵੀ ਉਦਾਹਰਨਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਲੈ ਸਕਦੇ ਹਾਂ। ਇਸ ਤੋਂ ਬਾਅਦ ਅਗਲੀ ਗੱਲ ਕਿ ਜਦੋਂ ਆਪਾਂ ਕਿਸੇ ਦੀ ਰੂਟੀਨ ਦੱਸਦੇ ਹਾਂ, ਜਦੋਂ ਆਪਾਂ ਕਿਸੇ ਦੀ ਰੂਟੀਨ ਦੱਸਦੇ ਹਾਂ, ਰੂਟੀਨ ਤੋਂ ਭਾਵ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਉਹ ਪਰਸਨ ਕੰਮ ਕਰਦਾ ਹੈ ਤੇ ਉਸੇ ਹੀ ਨਿਰਧਾਰਤ ਸਮੇਂ 'ਤੇ ਕੰਮ ਕਰਦਾ ਹੈ। ਜਿਵੇਂ ਉਹ ਹਰ ਰੋਜ਼ 8 ਵਜੇ ਸਕੂਲ ਜਾਂਦਾ ਹੈ, ਉਹ ਹਰ ਰੋਜ਼ 8 ਵਜੇ ਸਕੂਲ ਜਾਂਦਾ ਹੈ। ਨੋਟ ਕਰੋ ਕਿ ਇਸ ਵਾਕ ਦੇ ਮਗਰ ਵੀ ਦਾ ਹੈ ਇਹੀ ਆ ਰਿਹਾ ਹੈ। ਉਹ ਹਰ ਰੋਜ਼ 8 ਵਜੇ ਮੰਦਿਰ ਜਾਂਦੀ ਹੈ, ਉਹ ਰੋਜ਼ਾਨਾ ਗਰਾਊਂਡ ਜਾਂਦੇ ਹਨ। ਸੋ ਬਹੁਤ ਸਾਰੇ ਵਾਕ ਹਨ ਜਿਹੜੇ ਕਿ ਰੂਟੀਨ ਨੂੰ ਸ਼ੋ ਕਰਨ ਦੇ ਲਈ ਜਿਹੜੇ ਆ ਉਹ ਵਰਤੇ ਜਾਂਦੇ ਆ, ਤੇ ਉਹ ਸਾਰੇ ਦੇ ਸਾਰੇ ਵਾਕ ਪ੍ਰੈਜ਼ੈਂਟ ਇੰਡੈਫੀਨੇਟ ਹੁੰਦੇ ਹਨ। ਇਸ ਤੋਂ ਇਲਾਵਾ ਆਪਾਂ ਵਿਸ਼ਵ ਵਿਆਪੀ ਸੱਚ, ਸੋ ਮੈਂ ਸ਼ਬਦ ਜਿਹੜਾ ਵਰਤ ਰਿਹਾ ਹੈ ਵਿਸ਼ਵ ਵਿਆਪੀ ਸੱਚ। ਵਿਸ਼ਵ ਵਿਆਪੀ ਸੱਚ ਤੋਂ ਮੇਰਾ ਭਾਵ ਹੈ ਕਿ ਯੂਨੀਵਰਸਲ ਟਰੁੱਥ, ਯੂਨੀਵਰਸਲ ਟਰੁੱਥ ਜਿਹੜੇ ਕਿ ਸਾਰੀ ਹੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਹੋਣ, ਜਿਵੇਂ ਕਿ ਸੂਰਜ
पूरब विचों निकलता है। हुण ये पूरी दुनिया नूं पता है कि सूरज हमेशा पूरब विचों निकलता है, तो एक विश्वव्यापी सच है जिहड़ा पूरी दुनिया दे विच मन्निया जाता है। इस तो इलावा पानी हमेशा हेठां नूं वगदा है। हुण पानी आपां नूं पता है कि हमेशा ही हेठां नूं वगदा है, पानी कदे भी उपर नूं नहीं चलदा जां उपर नूं उहदा फ्लो जां नहीं हुंदा। सो इत्थे ध्यान रखो कि मैं दो वाक वरते हन। पहला कि सूरज हमेशा पूरब तो निकलदा है, भाव दा है। उस तो बाद जिहड़ा अगला वाक मैं वरत्या है ਉਹ ਵਰਤਿਆ ਏ कि पानी हमेशा हेठां नूं वगदा है, उस दे अंत विच भी दा है ही आ रहा है। इस तरह पानी हमेशा 100 डिग्री ते उबलदा है, उहदे अंत विच भी दा है आ रहा है। इस तरह धरती हमेशा सूरज दुआले घूमदी है, इस दे अंत विच भी दी है आ रहा है। सो पंजाबी दे ਉਹ हरेक वाक जिन्हां दे अंत विच दा है दी है आद आउंदा है, ਉਹ प्रेजेंट इंडेफिनिट दे वाक हुंदे हन। इस तो इलावा इस दी आपां वरतों कर सकते हाँ जिस तरीके दे नाल किसी दी आदत दस्सण दे लई, किसी दी आदत दस्सण दे लई। हुण आदत किवें? सो ध्यान दिओ इस गल ते कि जदों आपां किसी दी आदत दस रहे हुंदे आ उदों भी आपां प्रेजेंट इंडेफिनिट ही वरत रहे हुंदे आ, ते उस वाक दे अंत विच भी दा है दी है दे हन ही आद आउंदा है। जिवें कि ਉਹ हमेशा झूठ बोलदा है, ਉਹ बहुत शराब पींदा है, ਉਹ कदे भी स्कूल नहीं जाता है। सो नोट करो कि हरेक वाक के पिछे दा है दी है आ रहा है। जिवें मैं अपनी ही कोई आदत दसा कि मैं अक्सर सैर ते जाता हाँ, सो इस वाक के अंत विच भी दा है आ रहा है। सो बहुत सारे वाक हैं जिहड़े तुसीं इस तरीके दे नाल बना सकते हो, तो वह सारे दे सारे वाक प्रेजेंट इंडेफिनिट दे होणगे। होप कि तुहानूं तीन गल्लां जिहड़ियां है वो बहुत चंगी तरह क्लीयर हो गई होणगियां। पहली तो गल जो आपां सीखण जा रहे हैं उसका नाम, सो नाम की है प्रेजेंट इंडेफिनिट। दूजी गल पहचान, सो पहचान की है कि पंजाबी का हरेक वाक जिस दे अंत विच दा है दी है दे हन दियां हन दे हो दे हाँ दा हाँ आद आवे, ਉਹ प्रेजेंट इंडेफिनिट का वाक होएगा। तीजी गल कि ये वरत्या कित्थे जांदा है, किहड़े इहो ਜਿਹੇ मौके हुंदे आ, किहड़ा अजिहा समा हुंदा है जदों आपां वरत सकदे आ। सो आपां वरत सकदे हां पेशा दस्सण दे लई, रूटीन दस्सण दे लई, विश्वव्यापी सच दस्सण दे लई, इस तो इलावा किसी दी आदत दस्सण लई। सो मेरी गल नूं इसनूं ध्यान दे नाल पक्की तरह नाल गंढ बन लो कि जे तुसीं इंग्लिश नूं सीखना चाहुंदे हो तो वह भी बड़े आसान तरीके दे नाल, तां मैं जो भी तुहानूं लिखवा रहा हाँ इस वीडियो के माध्यम राहीं उन्होंने अपनी कापी के उपर नोट जरूर कर लियो ताकि तुहानूं आसानी होवे सीखण दे विच, क्योंकि लिखिया कदे भी भुलदा नहीं है। सो हुण तुहानूं ये भी पता लग गया कि इहदा नाम की है, ये भी पता लग गया कि इहदी पहचान की है, ये भी पता लग गया कि ये वरत्या कित्थे जांदा है। हुण सवाल ये पैदा हुंदा है कि जो असीं सिੱਖਿਆ है असीं उहनूं अंग्रेजी दे विच किस तरीके नाल ढाल सकांगे, किस तरीके नाल ट्रांसलेट कर सकांगे, किस तरीके दे नाल उहनूं आपां अंग्रेजी दे विच वाक नूं बना सकांगे। उदाहरण के तौर पर मैं कहां कि मैं अंग्रेजी सीखदा हाँ, सो इस वाक नूं असीं अंग्रेजी दे विच किवें बनाईए। सो उस वाक नूं अंग्रेजी दे विच बनाउण दे लई सानूं फॉर्मूले का पता होना जरूरी है, रूल का पता होना बहुत ही जरूरी है। सो हुण आपां गल करांगे कि प्रेजेंट इंडेफिनिट नूं बनाउण दे लई साडे कोल रूल किहड़ा है। सो सब तो पहलों आपां गल करांगे सिंगुलर दी। सो मैं नाल नाल पंजाबी जरूर लिखी जावांगा ताकि तुहानूं समझण दे विच आसानी होवे। सो सिंगुलर, सिंगुलर तो मेरा भाव है एक वचन, सिंगुलर तो मेरा भाव है एक वचन। सो एक वचन तो मेरा भाव है कि जिन्ना भी वाकां दा जो सबजैक्ट होवेगा वो एक होवेगा, एक व्यक्ति होवेगा, तो उन्हां वाकां नूं आपां सिंगुलर वाक कहांगे, सिंगुलर सबजैक्ट वाले वाक कहांगे, सिंगुलर करता वाले वाक कहांगे। उदाहरण जिन्हां वाकां दे अंत विच दा है दी है आवे वो सारे वाक सिंगुलर वाकां दे सिंगुलर वाले वाक हुंदे हन। ते इन्हां दा रूल अलग तो आपां याद रखना हुंदा है। सो इन्हां दा रूल हैगा है कि सब तो पहलों आएगा सबजैक्ट, फिर आएगा तुहाडा वर्ब दी पहली फॉर्म, उस दे नाल लगेगा तुहाडा एस जां ई एस। सो आपां इस चीज़ ते भी विचार चर्चा करांगे कि वर्ब दे
किस वर्ब दे नाल एस लगदा है ते किस वर्ब दे नाल ईएस लगदा है। सो इस गल का भी आपां ध्यान रखांगे ताकि ये भी चीज़ जिहड़ी है, ये भी गल जिहड़ी है समझ लई जावे। उस तो बाद लास्ट ते लगदा है ऑब्जेक्ट। सो इसी तरह आपां प्लूरल की गल करते हैं। सो प्लूरल तो भाव हुंदा है बहुवचन, यानी कि वो वाक जिन्हां दे अंत विच दे हन, दियां हन, दे हो जां देहां आदि आवे, वो सारे वाक प्लूरल दे होणगे, वो सारे वाक प्लूरल दे होणगे। सो अंग्रेजी का एक नियम है, सो दा हाँ, भावें कि आपां मैं दी गल कर रहे हैं कि मैं अंग्रेजी पढ़ाउंदा हाँ, सो मैं अंग्रेजी सिੱਖਦਾ हाँ, भावें कि ये सिंगुलर है, एक वचन है, पर यह भी गिनिया प्लूरल दे नाल ही जाएगा, बहुवचन दे नाल ही जाएगा। इस नाल भी उही रूल लागू होवेगा जिहड़ा कि आपां इन्हां सब दे नाल लगावांगे। सो इहदे विच सब तो पहलों आएगा सब्जैक्ट, दूजे नंबर ते इहदे विच आउंदा है वर्ब दी फर्स्ट फॉर्म, प्लस आउंदा है ऑब्जैक्ट। हुण सिंगुलर ते प्लूरल इन्हां दोवां वाकां दे विच अंतर सिर्फ इन्ना ही है कि इहदे विच जिहड़ा सब्जैक्ट वाला पोर्शन होएगा ये सारा सिंगुलर होएगा, इत्थे एक वचन ही आएगा, जिवें कि इत्थे आएगा तुहाडा सब्जैक्ट के तौर पर आ जाएगा ही जां फिर शी जां फिर इट जां फिर कोई भी सिंगल नाउन, उदाहरण के तौर पर जिस तरह राजू, तानिया एटसैट्रा। सो इस तो इलावा अगली गल करते हैं आपां नैगेटिव दी। नैगेटिव तो भाव हुंदा है नावाचक, नावाचक। सो ध्यान देन जो गल इत्थे ये है कि पॉजिटिव का मतलब हुंदा है हाँ वाचक, हाँ वाचक, यानी कि पंजाबी दे हरेक वाक की गल जिथे आपां हाँ दे विच गल करिए, पॉजिटिवली गल करिए, जिवें कि मैं किताब पढ़दा हाँ, पर जदों आपां नैगेटिव की गल करते हाँ तो नैगेटिव दे विच वो वाक नाहवाचक हुंदा है। नाह तो भाव कि जिवें आपां कहिए कि मैं किताब पढ़दा हाँ, पर नैगेटिव दे विच आपां कहने कि मैं किताब नहीं पढ़दा हाँ। सो नैगेटिव नूं बनाउण दा रूल ये है कि सब तो पहलों आएगा तुहाडा सब्जैक्ट। सो सब्जैक्ट जिहड़ा है वो तिन्नां दे विच ही कॉमन होएगा, चाहे वो पॉजिटिव होवे, चाहे नैगेटिव होवे, चाहे फिर वो तुहाडा इंटैरोगेटिव होवे। सो सब तो पहलों आएगा सब्जैक्ट, उस तो बाद आएगा तुहाडा डू नॉट, डू नॉट जां फिर डज नॉट। प्लस आएगी तुहाडी वर्ब दी पहली फॉर्म, वर्ब दी पहली फॉर्म, प्लस आएगा तुहाडा ऑब्जैक्ट। सो ऑब्जैक्ट भी दोनों दे विच कॉमन है, जिवें इन्हां दे विच भी ऑब्जैक्ट आ रहा सी, इत्थे भी ऑब्जैक्ट आएगा, इत्थे भी सब्जैक्ट आ रहा सी ते इत्थे भी सब्जैक्ट आएगा। हुण सवाल ये पैदा हुंदा है कि असी डू नॉट की वरतों कित्थे करनी है ते डज नॉट की वरतों कित्थे करनी है। सो डू नॉट आपां हमेशा ही प्लूरल दे नाल वरतदे हाँ, डू नॉट हमेशा ही आपां प्लूरल दे नाल वरतदे हाँ, ते डज नॉट हमेशा ही आपां सिंगुलर दे नाल वरतदे हाँ, एक वचन दे नाल वरतदे हाँ। सो ध्यान देन जो गल ये है कि लॉजिक की है कि इत्थे आपां वर्ब की जिहड़ी है वो फर्स्ट फॉर्म लाई है, सिंगलर नूं पछाणन दे लई कोई एस सी एस की वरतों नहीं की। सो ध्यान देन जो गल इत्थे ये है कि वेखो जिहड़ा ई एस आपां इत्थे ला रहे सी, उही ई एस चक के आपां इत्थे डज दे नाल ला दिता है। इसे ही कारण करके आपां इत्थे दोबारा वर्ब की फर्स्ट फॉर्म दे नाल एस सी एस सिंगुलर दे विच नहीं लाउंदे, क्योंकि जिहड़ा एस सी एस लाउणा सी वो ऑलरेडी इत्थे आ चुका है। सो डू दे नाल लग के ई एस ला के सो ये डज नॉट हो गया है। सो इस करके आपां इहदे नाल दोबारा ई एस जां एस वर्ब दे नाल नहीं लाउंदे। सो उम्मीद करदा है कि तुहानूं ये भी गल जिहड़ी है समझ लग गई होएगी। सो जो भी मैं तुहानूं लिखवा रहा है, मेरी तुहानूं ये हंबल रिक्वेस्ट है कि तुसीं अपने नोटबुक के उपर नोट जरूर करते जाओ, तुहानूं समझण दे विच बहुत आसानी होएगी। उस तो बाद आपां अगली गल करिए
ਸੋ ਇਸ ਦੇ ਵਿੱਚ ਆਪਾਂ ਅੱਗੇ ਸਿੱਖਦੇ ਹਾਂ ਇੰਟੈਰੋਗੇਟਿਵ। ਸੋ ਇੰਟੈਰੋਗੇਟਿਵ ਤੋਂ ਭਾਵ ਹੈ ਪ੍ਰਸ਼ਨਵਾਚਕ ਵਾਕ। ਪ੍ਰਸ਼ਨਵਾਚਕ ਵਾਕ। ਸੋ ਇਹ ਵੀ ਇੱਕ ਮਹੱਤਵਪੂਰਨ ਕਿਸਮ ਹੈ ਵਾਕ ਦੀ ਕਿ ਵੇਖੋ ਕੋਈ ਪ੍ਰਸ਼ਨ ਪੁੱਛਿਆ ਜਾਏਗਾ ਤੇ ਤਾਂ ਹੀ ਤੇ ਉਸ ਦਾ ਉੱਤਰ ਦਿੱਤਾ ਜਾਏਗਾ। ਜਿਵੇਂ ਕਿ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਕੀ ਕਰਦੇ ਹੋ, ਜੇ ਮੇਰਾ ਸਵਾਲ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੋਏਗਾ ਕਿ ਤੁਸੀਂ ਕੀ ਕਰਦੇ ਹੋ ਤੇ ਤਾਂ ਹੀ ਤੁਸੀਂ ਜਵਾਬ ਦੇ ਸਕਦੇ ਹੋ, ਜਾਂ ਤੇ ਪੋਜ਼ਿਟਿਵ ਵਿੱਚ ਜਾਂ ਨੈਗੇਟਿਵ ਵਿੱਚ। ਜਿਵੇਂ ਕਿ ਤੁਸੀਂ ਕੀ ਕਰਦੇ ਹੋ, ਮੈਂ ਅੰਗਰੇਜ਼ੀ ਸਿੱਖਦਾ ਹਾਂ। ਠੀਕ ਆ, ਕੀ ਤੁਸੀਂ ਅੰਗਰੇਜ਼ੀ ਸਿੱਖਦੇ ਹੋ? ਹਾਂ ਮੈਂ ਅੰਗਰੇਜ਼ੀ ਸਿੱਖਦਾ ਹਾਂ, ਜਾਂ ਨਹੀਂ ਮੈਂ ਅੰਗਰੇਜ਼ੀ ਨਹੀਂ ਸਿੱਖਦਾ ਹਾਂ। ਜੇ ਸਵਾਲ ਪੁੱਛਿਆ ਜਾਏਗਾ ਤੇ ਤਾਂ ਹੀ ਉਸ ਦੇ ਜਿਹੜੇ ਹੈ ਉਹ ਪੋਜ਼ਿਟਿਵ ਨੈਗੇਟਿਵ ਦੇ ਵਿੱਚ ਜਿਹੜੇ ਆ ਜਵਾਬ ਦਿੱਤੇ ਜਾਣਗੇ। ਇਸ ਕਰਕੇ ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਇੰਟੈਰੋਗੇਟਿਵ ਬਾਰੇ ਯਾਨੀ ਕਿ ਪ੍ਰਸ਼ਨਵਾਚਕ ਵਾਕਾਂ ਬਾਰੇ ਵੀ ਪਤਾ ਹੋਵੇ। ਸੋ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਅਸੀਂ ਪ੍ਰਸ਼ਨ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ, ਹੁਣ ਆਪਾਂ ਉਸ ਦੇ ਰੂਲ ਤੇ ਗੱਲ ਕਰਾਂਗੇ, ਉਸ ਦੇ ਰੂਲ ਤੇ ਵਿਚਾਰ ਚਰਚਾ ਕਰਾਂਗੇ। ਸੋ ਇਸ ਵਿੱਚ ਜਿਹੜਾ ਆਪਾਂ ਹੈਲਪਿੰਗ ਵਰਬ ਡੂ ਅਤੇ ਡਜ਼ ਨੈਗੇਟਿਵ ਦੇ ਵਿੱਚ ਵਰਤਿਆ ਹੈ, ਉਹੀ ਹੈਲਪਿੰਗ ਵਰਬ ਨੂੰ ਆਪਾਂ ਇੱਥੇ ਬਾਹਰ ਕੱਢ ਕੇ ਲਗਾ ਦੇਣਾ ਹੈ। ਡੂ ਪਹਿਲਾਂ, ਸਿੰਗੂਲਰਲੀ ਡਜ਼ ਪਹਿਲਾਂ। ਠੀਕ ਹੈ, ਚਾਹੇ ਡੂ ਚਾਹੇ ਡਜ਼, ਇਹਨਾਂ ਦੇ ਵਿੱਚੋਂ ਤੁਸੀਂ ਸਿੰਗੂਲਰ ਪਲੂਰਲ ਦਾ ਧਿਆਨ ਰੱਖਦੇ ਹੋਏ ਡੂ ਤੇ ਡਜ਼ ਦੀ ਵਰਤੋਂ ਕਰਨੀ ਹੈ। ਉਸ ਤੋਂ ਬਾਅਦ ਆਏਗਾ ਸਬਜੈਕਟ, ਉਸ ਤੋਂ ਬਾਅਦ ਆਏਗਾ ਸਬਜੈਕਟ ਪਲੱਸ ਲੋੜ ਪੈਣ ਤੇ ਨੋਟ ਵਰਤਣਾ ਹੈ। ਲੋੜ ਪੈਣ ਤੇ ਨੋਟ ਤੋਂ ਮੇਰਾ ਭਾਵ ਇਹ ਹੈ ਕਿ ਕਈ ਵਾਕ ਹੁੰਦੇ ਆ ਕਿ ਜਿਨ੍ਹਾਂ ਦੇ ਵਿੱਚ ਆਪਾਂ ਨੋਟ ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਕਿ ਕੀ ਤੁਸੀਂ ਅੰਗਰੇਜ਼ੀ ਸਿੱਖਦੇ ਹੋ? ਸੋ ਉਹ ਤੇ ਇੱਕ ਸਿੱਧਾ ਸਿੱਧਾ ਵਾਕ ਹੋ ਗਿਆ, ਪਰ ਜਿੱਥੇ ਆਪਾਂ ਕਹੀਏ ਕੀ ਤੁਸੀਂ ਅੰਗਰੇਜ਼ੀ ਨਹੀਂ ਸਿੱਖਦੇ ਹੋ, ਸੋ ਉੱਥੇ ਨੋਟ ਵੀ ਆਪਾਂ ਲਾ ਸਕਦੇ ਹਾਂ। ਤੇ ਨੋਟ ਹਮੇਸ਼ਾ ਸਬਜੈਕਟ ਤੋਂ ਤੁਸੀਂ ਬਾਅਦ 'ਚ ਲਗਾਉਣਾ ਹੈ। ਠੀਕ ਹੈ, ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਡੂ ਡਜ਼ ਲਾਓਗੇ ਇੰਟੈਰੋਗੇਟਿਵ ਦੇ ਵਿੱਚ, ਫਿਰ ਸਬਜੈਕਟ, ਫਿਰ ਲੋੜ ਪੈਣ ਤੇ ਨੋਟ ਪਲੱਸ ਵਰਬ ਦੀ ਪਹਿਲੀ ਫਾਰਮ, ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਸੋ ਇੱਥੇ ਮੈਂ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਹੋਰ ਲਿਆਉਣਾ ਚਾਹੁੰਦਾ ਹਾਂ ਕਿ ਇਹ ਵਾਲੇ ਜਿਹੜੇ ਹੈ, ਜੇ ਤੁਸੀਂ ਲਿਖ ਰਹੇ ਹੋ ਵਾਕਾਂ ਨੂੰ ਤਾਂ ਫੁੱਲ ਸਟਾਪ ਯਾਨੀ ਕਿ ਪੰਕਚੁਏਸ਼ਨ ਦਾ ਹਿੱਸਾ ਹੈ, ਵਿਰਾਮ ਚਿੰਨ੍ਹਾਂ ਦਾ ਹਿੱਸਾ ਹੈ, ਇਹਨੂੰ ਤੁਸੀਂ ਕਦੀ ਵੀ ਨਿਗਲੈਕਟ ਨਹੀਂ ਕਰਨਾ, ਅੱਖੋਂ ਓਲੇ ਨਹੀਂ ਕਰਨਾ। ਇਹ ਵਾਕ ਜਿਹੜੇ ਹੈ ਤਾਂ ਹੀ ਤੁਹਾਡੇ ਸ਼ੁੱਧ ਮੰਨੇ ਜਾਣਗੇ, ਤਾਂ ਹੀ ਤੁਹਾਡੇ ਵਾਕ ਸਹੀ ਮੰਨੇ ਜਾਣਗੇ ਜੇ ਉਹਨਾਂ ਦੇ ਵਿੱਚ ਪੰਕਚੁਏਸ਼ਨ ਪੂਰੀ ਪ੍ਰੋਪਰ ਹੋਏਗੀ। ਸੋ ਲਾਸਟ ਦੇ ਉੱਪਰ ਇੰਟੈਰੋਗੇਟਿਵ ਸਾਈਨ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਸਾਈਨ ਆਫ ਇੰਟੈਰੋਗੇਸ਼ਨ ਦੀ ਜਿਹੜੀ ਹੈ ਵਰਤੋਂ ਉਹ ਕਰਨੀ ਬਹੁਤ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਇਹ ਸੀ ਆਪਣਾ ਉਹ ਵਾਕ ਜਿਹਦਾ ਉੱਤਰ ਹਮੇਸ਼ਾ ਹੀ ਅਸੀਂ ਯੈਸ ਔਰ ਨੋ ਦੇ ਵਿੱਚ ਦਿੰਦੇ ਹਾਂ, ਜਿਹਦਾ ਉੱਤਰ ਹਮੇਸ਼ਾ ਹੀ ਅਸੀਂ ਯੈਸ ਔਰ ਨੋ ਦੇ ਵਿੱਚ ਦਿੰਦੇ ਹਾਂ। ਇਹ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦਾ ਉੱਤਰ ਹਮੇਸ਼ਾ ਯੈਸ ਔਰ ਨੋ ਦੇ ਵਿੱਚ ਦਿੱਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਪੁੱਛਾਂ ਕਿ ਕੀ ਤੁਸੀਂ ਅੰਗਰੇਜ਼ੀ ਸਿੱਖਦੇ ਹੋ, ਤੁਹਾਡਾ ਉੱਤਰ ਹੋਏਗਾ ਯੈਸ ਜਾਂ ਫਿਰ ਨੋ ਦੇ ਵਿੱਚ। ਕੀ ਤੁਸੀਂ ਫਰੈਂਚ ਸਿੱਖਦੇ ਹੋ, ਤੇ ਤੁਹਾਡਾ ਉੱਤਰ ਹੋਏਗਾ ਹਾਂ ਜਾਂ ਫਿਰ ਨਾ ਦੇ ਵਿੱਚ। ਇਸੇ ਤਰ੍ਹਾਂ ਕੀ ਤੁਸੀਂ ਚਾਹ ਪੀਣਾ ਪਸੰਦ ਕਰਦੇ ਹੋ ਜਾਂ ਕੀ ਤੁਸੀਂ ਚਾਹ ਪੀਂਦੇ ਹੋ, ਤੁਹਾਡਾ ਉੱਤਰ ਹੋਏਗਾ ਯੈਸ ਜਾਂ ਨੋ ਦੇ ਵਿੱਚ। ਸੋ ਦੂਸਰੀ ਜਿਹੜੀ ਹੈ ਪ੍ਰਸ਼ਨਵਾਚਕ ਦੀ ਕਿਸਮ ਹੈ ਉਹ ਹੈ WH ਵਾਲੇ ਕੁਐਸਚਨ। ਸੋ ਉਹਨਾਂ ਨੂੰ ਬਣਾਉਣ ਦਾ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਆਪਾਂ WH ਜਿਹੜੇ ਵਰਡਸ ਹੈ ਉਹਨਾਂ ਨੂੰ ਬਾਹਰ ਲਾ ਦਿੰਦੇ ਹਾਂ। WH ਤੋਂ ਭਾਵ ਕਿ ਜਿਵੇਂ ਆਪਾਂ ਵਰਤਦੇ ਹਾਂ ਹੂ, ਹਾਊ, ਵਾਈ, ਵਟ ਐਟਸੈਟਰਾ। ਸੋ ਇਹ ਵਾਲੇ ਜਿਹੜੇ ਸ਼ਬਦ ਹੈ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਇੱਥੇ ਲਗਾਉਣਾ ਹੈ। ਉਸ ਤੋਂ ਬਾਅਦ ਆਪਾਂ ਲਾਉਂਦੇ ਹਾਂ ਡੂ ਜਾਂ ਡਜ਼। ਸੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਡੂ ਹੈ ਉਹ ਤੁਹਾਡਾ ਪਲੂਰਲ ਦੇ ਨਾਲ ਲੱਗੇਗਾ ਤੇ ਡਜ਼ ਤੁਹਾਡਾ ਸਿੰਗੂਲਰ ਦੇ ਨਾਲ ਵਰਤਿਆ ਜਾਏਗਾ। ਇਸ ਤੋਂ ਬਾਅਦ ਦੇ ਵਿੱਚ ਆਏਗਾ ਤੁਹਾਡਾ ਸਬਜੈਕਟ, ਇਸ ਤੋਂ ਬਾਅਦ ਲੱਗੇਗਾ ਲੋੜ ਪੈਣ ਤੇ ਨੋਟ। ਇਸ ਦੇ ਵਿੱਚ ਵੀ ਲੋੜ ਪੈਣ ਤੇ ਜਿਹੜਾ ਨੋਟ ਹੈ ਉਹ ਵਰਤਿਆ ਜਾਏਗਾ, ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਸੋ ਇੰਟੈਰੋਗੇਟਿਵ ਸਾਈਨ ਇੱਥੇ ਵੀ ਆਏਗਾ। ਸੋ ਜਿਵੇਂ ਕਿ ਮੈਂ ਇਹਦੇ ਵਿੱਚ ਪੁੱਛਿਆ ਹੈ ਕਿ ਕੀ ਤੁਸੀਂ ਅੰਗਰੇਜ਼ੀ ਸਿੱਖਦੇ ਹੋ, ਪਰ ਜੇ ਮੈਂ WH ਵਾਲੇ ਵਾਕ ਦੇ ਵਿੱਚ ਪੁੱਛਾਂ ਤੇ ਉਹਦਾ ਉੱਤਰ ਤੁਸੀਂ ਯੈਸ ਔਰ ਨੋ ਦੇ ਵਿੱਚ ਨਹੀਂ ਦੇ ਸਕਦੇ। ਜਿਵੇਂ ਕਿ ਤੁਸੀਂ ਕੀ ਸਿੱਖਦੇ ਹੋ, ਹੁਣ ਇੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਯੈਸ ਜਾਂ ਨੋ, ਤੁਸੀਂ ਇੱਥੇ ਤੁਹਾਨੂੰ ਆਪਣਾ
जो कर्म है वो तुहानूं दसना पेगा कि मैं ਇਹ ਕੰਮ ਕਰਦਾ ਹਾਂ ਜਾਂ ਮੈਂ ਅੰਗਰੇਜ਼ੀ ਸਿੱਖਦਾ ਹਾਂ, ਮੈਂ ਸਕੂਲ ਜਾਂਦਾ ਹਾਂ, ਮੈਂ ਆਹ ਕੰਮ ਕਰਦਾ ਹਾਂ, ਮੈਂ ਉਹ ਕੰਮ ਕਰਦਾ ਹਾਂ। ਸੋ ਇੱਥੇ ਤੁਸੀਂ ਯੈਸ ਔਰ ਨੋ ਦੇ ਨਾਲ ਕੰਮ ਨਹੀਂ ਸਾਰ ਸਕਦੇ। ਸੋ ਇਹ ਸੀ ਆਪਣਾ ਰੂਲ। ਸੋ ਇੱਥੇ ਹੁਣ ਧਿਆਨ ਦੇਣ ਜੋ ਗੱਲ ਹੈ ਕਿ ਵੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਨਾਮ ਯਾਦ ਰੱਖਿਆ ਕਿ ਆਪਾਂ ਸਿੱਖਿਆ ਕੀ ਹੈ, ਪ੍ਰੈਜ਼ੈਂਟ ਇਨਡੈਫੀਨੇਟ। ਸੋ ਇਹ ਇਸਦਾ ਨਾਮ ਸੀ। ਦੂਸਰੇ ਨੰਬਰ 'ਤੇ ਆਪਾਂ ਪਹਿਚਾਣ ਧਿਆਨ 'ਚ ਰੱਖੀ ਹੈ ਕਿ ਪੰਜਾਬੀ ਦਾ ਉਹ ਹਰੇਕ ਵਾਕ ਜਿਸ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ, ਦੇ ਹੋ, ਦੇ ਹਾਂ, ਠੀਕ ਹੈ। ਸੋ ਉਸ ਤੋਂ ਇਲਾਵਾ ਦਾ, ਹਾਂ, ਆਦਾ ਆਵੇ। ਸੋ ਉਹਦੇ ਨਾਲ ਉਹਨੂੰ ਆਪਾਂ ਪ੍ਰੈਜ਼ੈਂਟ ਇਨਡੈਫੀਨੇਟ ਦਾ ਵਾਕ ਮੰਨਦੇ ਹਾਂ। ਸੋ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਕਿਸੇ ਦਾ ਪੇਸ਼ਾ ਦੱਸਣ ਦੇ ਲਈ, ਕਿਸੇ ਦੀ ਰੂਟੀਨ ਦੱਸਣ ਦੇ ਲਈ, ਵਿਸ਼ਵ ਵਿਆਪੀ ਸੱਚ ਦੱਸਣ ਦੇ ਲਈ ਜਾਂ ਆਦਤ ਦੱਸਣ ਦੇ ਲਈ। ਸੋ ਉਸ ਤੋਂ ਇਲਾਵਾ ਰੂਲ ਸਿੱਧੇ ਕੀ ਹੈ ਕਿ ਜਿੰਨੇ ਵੀ ਆਪਾਂ ਪੰਜਾਬੀ ਦੇ ਵਿੱਚ ਪ੍ਰੈਜ਼ੈਂਟ ਇਨਡੈਫੀਨੇਟ ਦੇ ਵਾਕ ਲਿਖ ਰਹੇ ਹਾਂ, ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਸ਼ਨ ਕਿਸ ਤਰੀਕੇ ਨਾਲ ਉਹਨਾਂ ਦੀ ਕੀਤੀ ਜਾਵੇ। ਸੋ ਉਹਦਾ ਰੂਲ ਇਹ ਹੈ ਕਿ ਪੋਜ਼ਿਟਿਵ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਵਚਨ ਦਾ ਧਿਆਨ ਰੱਖਣਾ ਹੈ। ਸੋ ਜਿਵੇਂ ਕਿ ਸਬਜੈਕਟ ਜਦੋਂ ਵੀ ਹੀ, ਸ਼ੀ, ਇਟ, ਰਾਜੂ, ਤਾਨੀਆ ਐਟਸੈਟਰਾ ਕੋਈ ਵੀ ਸਿੰਗੂਲਰ ਹੋਵੇ, ਸੋ ਉਹਦੇ ਵਿੱਚ ਆਪਾਂ ਵਰਬ ਦੀ ਫਸਟ ਫਾਰਮ ਦੇ ਨਾਲ SES ਲਾਉਣਾ ਨਹੀਂ ਭੁੱਲਦੇ, ਠੀਕ ਹੈ। ਸੋ ਨਹੀਂ ਭੁੱਲਣਾ। ਸੋ ਉਸ ਤੋਂ ਬਾਅਦ ਲੱਗਣਾ ਹੈ ਆਬਜੈਕਟ। ਜੇ ਆਪਾਂ ਗੱਲ ਕਰੀਏ ਪਲੂਰਲ ਦੀ, ਤਾਂ ਪਲੂਰਲ ਦੇ ਵਿੱਚ ਆਪਾਂ ਸਬਜੈਕਟ ਦੇ ਨਾਲ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ, ਇੱਥੇ ਆਪਾਂ ਕੋਈ ਵੀ S ਜਾਂ ES ਨਹੀਂ ਵਰਤਦੇ। ਸੋ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਫਿਰ ਨੋਟ ਕਰਵਾ ਦਾਂ ਕਿ ਸਬਜੈਕਟ ਪਲੂਰਲ ਤੋਂ ਮੇਰਾ ਭਾਵ ਹੈ ਜਾਂ ਤੇ ਫਿਰ ਵਹੀ ਹੋਏਗਾ। ਸਬਜੈਕਟ ਦੇ ਵੀ ਹੋ ਸਕਦਾ ਹੈ, ਦੇ ਵੀ ਪਲੂਰਲ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਯੂ ਅਤੇ ਆਈ ਨੂੰ ਵੀ ਆਪਾਂ ਪਲੂਰਲ ਦੇ ਵਿੱਚ ਗਿਣਨਾ ਹੈ। ਫਿਰ ਕੋਈ ਵੀ ਪਲੂਰਲ ਨਾउन ਹੋ ਸਕਦਾ ਹੈ, ਜਿਸ ਤਰ੍ਹਾਂ ਚਿਲਡਰਨ। ਸੋ ਚਿਲਡਰਨ ਵੀ ਆਪਾਂ ਪਲੂਰਲ ਦੇ ਵਿੱਚ ਗਿਣ ਸਕਦੇ ਹਾਂ। ਸੋ ਇਹਨਾਂ ਸਾਰਿਆਂ ਜਦੋਂ ਵੀ ਸਬਜੈਕਟ ਇਹ ਵਾਲੇ ਹੋਣ, ਸੋ ਉਹਨਾਂ ਦੇ ਨਾਲ ਵਰਬ ਦੀ ਫਸਟ ਫਾਰਮ ਲੱਗੇਗੀ, ਕੋਈ S ਜਾਂ ES ਨਹੀਂ ਲੱਗੇਗਾ। ਸੋ ਬਾਅਦ ਦੇ ਵਿੱਚ ਆਬਜੈਕਟ। ਸੋ ਨੈਗੇਟਿਵ ਬਣਾਉਣ ਦੇ ਲਈ ਆਪਾਂ ਸਬਜੈਕਟ ਡੂ ਨਾਟ ਜਾਂ ਡਸ ਨਾਟ ਦੇ ਨਾਲ ਵਰਬ ਦੀ ਫਸਟ ਫਾਰਮ ਲਾਉਂਦੇ ਹਾਂ, ਪਲੱਸ ਆਬਜੈਕਟ ਲਾਉਂਦੇ ਹਾਂ, ਜਿਵੇਂ ਕਿ ਲਿਖਿਆ ਹੋਇਆ ਉੱਪਰ ਕਿ ਡੂ ਨਾਟ ਪਲੂਰਲ ਨਾਲ, ਡਸ ਨਾਟ ਸਿੰਗੂਲਰ ਨਾਲ। ਇੰਟੈਰੋਗੇਟਿਵ ਦੇ ਵਿੱਚ ਆਪਾਂ ਕੀ ਕਰਦੇ ਹਾਂ? ਇੰਟੈਰੋਗੇਟਿਵ ਦੇ ਵਿੱਚ ਆਪਾਂ ਡੂ ਡਸ ਨੂੰ ਬਾਹਰ ਕੱਢ ਦਿੰਦੇ ਹਾਂ, ਫਿਰ ਸਬਜੈਕਟ, ਫਿਰ ਲੋਡ ਪੈਨ ਤੇ ਨਾਟ, ਫਿਰ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਪਲੱਸ ਇੰਟੈਰੋਗੇਟਿਵ ਸਾਈਨ। ਸੋ ਇੱਥੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਡੂ ਜਿਹੜਾ ਹੈ ਉਹ ਪਲੂਰਲ ਨਾਲ, ਡਸ ਜਿਹੜਾ ਹੈ ਉਹ ਸਿੰਗੂਲਰ ਨਾਲ। ਇਸੇ ਤਰ੍ਹਾਂ ਇਹ ਵਾਕ ਸੀ ਕਿ ਜਿਨ੍ਹਾਂ ਦਾ ਉੱਤਰ ਹਮੇਸ਼ਾ ਯੈਸ ਔਰ ਨੋ ਦੇ ਵਿੱਚ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ WH ਦੀ ਕਿ ਉਹ ਕੁਐਸਚਨ ਜਿਨ੍ਹਾਂ ਦਾ ਉੱਤਰ ਯੈਸ ਔਰ ਨੋ ਦੇ ਵਿੱਚ ਨਹੀਂ ਦਿੱਤਾ ਜਾਂਦਾ। ਜਿਸ ਤਰ੍ਹਾਂ ਤੁਸੀਂ ਸਕੂਲ ਕਦੋਂ ਜਾਂਦੇ ਹੋ, ਹੁਣ ਇਸ ਦਾ ਉੱਤਰ ਹਮੇਸ਼ਾ ਸਮਾਂ ਦੱਸ ਕੇ ਦਿੱਤਾ ਜਾਂਦਾ ਹੈ ਕਿ ਤੁਸੀਂ ਕਦੋਂ ਸਕੂਲ ਜਾਂਦੇ ਹੋ। ਮੈਂ ਸਵੇਰੇ 9 ਵਜੇ ਸਕੂਲ ਜਾਂਦਾ ਹਾਂ। ਸੋ ਇਸ ਵਿੱਚ ਸਮਾਂ ਦੱਸ ਕੇ ਆਪਾਂ ਇਹਦਾ ਉੱਤਰ ਪੂਰਾ ਕੀਤਾ। ਸੋ WH ਵਾਕ ਜਿਹੜੇ ਹੈ ਉਹ WH ਵਰਡ ਬਾਹਰ ਹੋਏਗਾ, ਫਿਰ ਡੂ ਹੋਏਗਾ ਜਾਂ ਡਜ਼ ਹੋਏਗਾ, ਫਿਰ ਸਬਜੈਕਟ, ਲੋਡ ਪੈਨ ਤੇ ਨਾਟ, ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਸੋ ਹੁਣ ਆਪਣਾ ਸਵਾਲ ਇਹ ਸੀ ਕਿ ਉਹ ਕਿਹੜੇ ਮੌਕੇ ਆ ਜਿੱਥੇ ਆਪਾਂ S ਜਾਂ ES ਦੀ ਵਰਤੋਂ ਕਰ ਸਕਦੇ ਹਾਂ। ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਸ ਦੇ ਉੱਪਰ ਚਾਨਣਾ ਪਾ ਦਾਂ। ਹੁਣ ਹਰੇਕ ਵਰਬ ਦੇ ਨਾਲ ਤੁਹਾਡਾ ਲੱਗੇਗਾ ਕੱਲਾ S, ਹਰੇਕ ਵਰਬ ਦੇ ਨਾਲ ਤੁਹਾਡਾ ਲੱਗੇਗਾ S, ਪਰ ES ਦੀ ਗੱਲ ਕੀਤੀ ਜਾਵੇ, ਠੀਕ ਆ। ਸੋ ES ਜਦੋਂ ਵੀ ਵਰਬ ਦੇ ਅੰਤ ਵਿੱਚ, ਜੋ ਵੀ ਲਾਈਨ ਮੈਂ ਬੋਲ ਰਿਹਾ ਇਹਨੂੰ ਜ਼ਰੂਰ ਲਿਖ ਲਿਓ, ਜਦੋਂ ਵੀ ਵਰਬ ਦੇ ਅੰਤ ਵਿੱਚ ਜਾਂ ਤੇ S ਹੋਵੇ ਜਾਂ SH ਹੋਵੇ ਜਾਂ CH ਹੋਵੇ ਜਾਂ X ਹੋਵੇ, ਇਸ ਤੋਂ ਇਲਾਵਾ SS ਜਾਂ ਫਿਰ O ਹੋਵੇ। ਸੋ ਇਹਨਾਂ ਸਾਰੀਆਂ ਵਰਬ ਦੇ ਨਾਲ ਆਪਾਂ ES ਦੀ ਵਰਤੋਂ ਕਰਦੇ ਹਾਂ। ਉਦਾਹਰਣ ਦੇ ਤੌਰ ਤੇ ਜਿਵੇਂ ਕਿ CROSS ਕ੍ਰਾਸ। ਸੋ ਕ੍ਰਾਸ ਦੇ ਅੰਤ ਵਿੱਚ ਕੀ ਆ ਰਿਹਾ ਹੈ? SS। ਸੋ ਇੱਥੇ ਆਪਾਂ ਲਾਵਾਂਗੇ ਕ੍ਰਾਸਸ। ਇਸੇ ਤਰ੍ਹਾਂ SH ਯਾਨੀ ਕਿ ਵਾਸ਼। ਸੋ ਇੱਥੇ ਆਪਾਂ ਲਾਵਾਂਗੇ ES ਵਾਸ਼ਸ। ਇਸ ਤੋਂ ਇਲਾਵਾ CH ਜਿਵੇਂ ਕਿ ਕੈਚ, ਕੈਚਸ। ਸੋ ਅੰਤ ਵਿੱਚ CH ਆ ਰਿਹਾ ਹੈ। ਇਸ ਤੋਂ ਇਲਾਵਾ ਮਿਕਸ, ਇਸ ਤਰ੍ਹਾਂ ਫਿਕਸ ਵੀ ਹੁੰਦਾ ਹੈ, ਠੀਕ ਹੈ। ਸੋ ਮਿਕਸ ਦੇ ਨਾਲ ਵੀ ਆਪਾਂ ਲਾਵਾਂਗੇ ਮਿਕਸਸ। ਉਸ ਤੋਂ ਇਲਾਵਾ O, ਜਿਵੇਂ ਕਿ ਆਪਾਂ ਉੱਪਰ ਹੀ ਵੇਖਿਆ ਕਿ ਡੂ ਇੱਕ ਵਰਬ ਦੀ ਫਾਰਮ ਵੀ ਹੈ,
ਹੈਲਪਿੰਗ ਵਰਬ ਦੇ ਨਾਲ ਨਾਲ ਉਹ ਵਰਬ ਦੇ ਤੌਰ ਤੇ ਵਰਤਿਆ ਜਾਂਦਾ। ਸੋ ਡਸ। ਹੋਰ ਵੀ ਹੈ ਜਿਵੇਂ ਕਿ ਗੋ ਤੇ ਗੋਜ਼। ਸੋ ਹੋਪ ਕਿ ਤੁਹਾਨੂੰ SES ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਲੱਗ ਗਿਆ ਹੈ। ਸੋ ਇਸ ਤੋਂ ਇਲਾਵਾ ਜਿਹੜਾ ਐਸ ਹੈ ਉਹ ਹਰੇਕ ਵਰਬ ਦੇ ਨਾਲ ਹੀ ਲੱਗੇਗਾ। ਕੋਈ ਵੀ ਕੌਨਸੋਨੈਂਟ ਅੰਤ ਵਿੱਚ ਹੋਵੇ ਉਸ ਦੇ ਨਾਲ ਤੁਹਾਡਾ ਕੱਲਾ ਐਸ ਲੱਗੇਗਾ, ਜਿਵੇਂ ਕਿ ਈਟ ਦੇ ਨਾਲ ਕੱਲੀ ਐਸ ਲੱਗੇਗੀ ਈਟਸ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਵਰਬ ਹੈ ਜਿਨ੍ਹਾਂ ਦੇ ਲਾਸਟ ਤੇ ਜਿਨ੍ਹਾਂ ਦੇ ਅੰਤ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਲੈਟਰ ਨਹੀਂ ਆਉਂਦਾ, ਉਹਨਾਂ ਦੇ ਲਾਸਟ ਤੇ ਬਿਲਕੁਲ ਕੱਲੀ ਐਸ ਹੀ ਲੱਗੇਗੀ। ਇਸ ਤੋਂ ਇਲਾਵਾ ES ਆਪਾਂ ਜਿੰਨਾ ਵੀ ਵਰਬ ਦੇ ਅੰਤ ਵਿੱਚ ਵਾਈ ਹੋਵੇਗੀ ਤੇ ਵਾਈ ਦੀ ਸਾਊਂਡ ਜਿਹੜੀ ਹੈ ਉਹ ਆਈ ਜਾਂ ਈ ਦੀ ਹੋਵੇਗੀ। ਸਾਊਂਡ ਇਸ ਚੀਜ਼ ਨੂੰ ਧਿਆਨ ਦੇ ਨਾਲ ਨੋਟ ਕਰ ਲਿਓ, ਜਿਨ੍ਹਾਂ ਦੇ ਵੀ ਅੰਤ ਵਿੱਚ ਸਾਊਂਡ ਜਿਹੜੀ ਹੈ ਉਹ ਆਈ ਤੇ ਈ ਦੀ ਹੋਵੇਗੀ ਉਹਨਾਂ ਨੂੰ ਆਪਾਂ ਉੱਥੇ ਆਪਾਂ ਵਾਈ ਨੂੰ ਕੱਟ ਕੇ IES ਲਗਾਉਂਦੇ ਹਾਂ। ਵਾਈ ਨੂੰ ਕੱਟ ਕੇ IES ਦੀ ਵਰਤੋਂ ਕਰਦੇ ਹਾਂ, ਜਿਵੇਂ ਫਲਾਈ। ਨੋਟ ਕਰੋ ਕਿ ਇੱਥੇ ਆਵਾਜ਼ ਜਿਹੜੀ ਆ ਰਹੀ ਹੈ ਆਈ ਦੀ ਆ ਰਹੀ ਹੈ, ਫਲਾਈ ਆਈ ਫਲਾਈ। ਸੋ ਇੱਥੇ ਆਪਾਂ ਫਲਾਈਜ਼ ਲਿਖਾਂਗੇ। ਸੋ ਹੋਪ ਕਿ ਤੁਹਾਨੂੰ ES ਦਾ ਵੀ ਪਤਾ ਲੱਗ ਗਿਆ ਹੋਵੇ, ਜਿਵੇਂ ਕਿ ਆਈ ਦੀ ਸਾਊਂਡ ਦੇ ਵਿੱਚ ਫਲਾਈ, ਇਸ ਤਰ੍ਹਾਂ ਹੈਪੀ। ਸੋ ਇਸ ਦੇ ਨਾਲ ਵੀ ਤੁਸੀਂ ਵਾਈ ਕੱਟ ਕੇ IES ਲਾ ਸਕਦੇ ਹੋ। ਸੋ ਇਹ ਸੀ ਕੁਝ ਮਹੱਤਵਪੂਰਨ ਗੱਲਾਂ ਜਿਹੜੀਆਂ ਇਹਦੇ ਨਾਲ ਸੰਬੰਧਿਤ ਸੀ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਨਾਲ ਸੰਬੰਧਿਤ ਕੁਝ ਉਦਾਹਰਨਾਂ ਵੀ ਕਰਾਂਗੇ ਕਿ ਪੰਜਾਬੀ ਦੇ ਵਿੱਚ ਉਹ ਕਿਹੜੇ ਵਾਕ ਹਨ ਜਿਹੜੇ ਪ੍ਰੈਜ਼ੈਂਟ ਇੰਡੈਫੀਨਿਟ ਦੇ ਨਾਲ ਬਣਾਏ ਜਾਂਦੇ ਹਨ। ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਲੈਕਚਰ ਦੇ ਥਰੂ, ਇਸ ਵੀਡੀਓ ਦੇ ਥਰੂ ਤੁਹਾਨੂੰ ਪ੍ਰੈਜ਼ੈਂਟ ਇੰਡੈਫੀਨਿਟ ਦੀ ਸਮਝ ਜਿਹੜੀ ਹੈ ਉਹ ਪੂਰੀ ਤਰ੍ਹਾਂ ਲੱਗ ਚੁੱਕੀ ਹੋਵੇਗੀ। ਸੋ ਜੇ ਤੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਇਸ ਵੀਡੀਓ ਦਾ ਜਿਹੜਾ ਹੈ ਵੱਧ ਤੋਂ ਵੱਧ ਲਾਭ ਉਠਾ ਸਕਣ। ਸੋ ਇਸੀ ਕੰਪਲੀਟ ਜਾਣਕਾਰੀ ਜਿਹੜੀ ਹੈ ਪ੍ਰੈਜ਼ੈਂਟ ਇੰਡੈਫੀਨਿਟ ਬਾਰੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਬਾਏ ਬਾਏ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਹੋਵੇ। ਧੰਨਵਾਦ।